ਕੱਲ ਪਿਆਰੇ ਵਿਦਿਆਰਥੀਓ, ਤੁਹਾਡਾ ਸਾਰਿਆਂ ਦਾ YouTube ਚੈਨਲ ਉੱਪਰ ਸਵਾਗਤ ਹੈ। ਅੱਜ ਅਸੀਂ ਕਰਾਂਗੇ ਜਮਾਤ 7ਵੀਂ ਦੇ ਇਤਿਹਾਸ ਦਾ ਪਾਠ ਮੁਗਲ ਸਾਮਰਾਜ। ਸਭ ਤੋਂ ਪਹਿਲੇ ਕਰਦੇ ਹਾਂ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ, ਦੌਲਤ ਖਾਂ ਲੋਧੀ ਅਤੇ ਰਾਣਾ ਸਾਗਾ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਕਿਉਂ ਸੱਦਾ ਭੇਜਿਆ ਸੀ? ਇਸ ਦਾ ਉੱਤਰ ਆਏਗਾ, ਦਿੱਲੀ ਸਲਤਨਤ ਦੇ ਆਖਰੀ ਸੁਲਤਾਨ ਇਬਰਾਹਿਮ ਲੋਧੀ ਨੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਨਾਲ ਬੁਰਾ ਸਲੂਕ ਅਤੇ ਉਸ ਦੇ ਪੁੱਤਰ ਦਾ ਅਪਮਾਨ ਕੀਤਾ ਸੀ। ਇਸ ਕਰਕੇ ਦੌਲਤ ਖਾਂ ਲੋਧੀ ਅਤੇ ਮੇਵਾੜ ਦਾ ਸ਼ਾਸਕ ਰਾਣਾ ਸਾਗਾ ਮਿਲ ਕੇ ਲੋਧੀ ਰਾਜ ਦਾ ਅੰਤ ਕਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਸੱਦਾ ਭੇਜਿਆ ਸੀ। ਤੇ ਬੱਚਿਓ, ਹੁਣ ਅਸੀਂ ਇਸ ਦਾ ਉੱਤਰ ਸਮਝਦੇ ਹਾਂ ਕਿ ਜਿਹੜਾ ਦੌਲਤ ਖਾਂ ਲੋਧੀ ਅਤੇ ਰਾਣਾ ਸਾਗਾ ਸੀਗਾ, ਉਹਨਾਂ ਨੇ ਬਾਬਰ ਨੂੰ ਸੱਦਾ ਭੇਜਿਆ ਸੀ ਕਿ ਉਹ ਭਾਰਤ 'ਤੇ ਹਮਲਾ ਕਰਨ। ਅਤੇ ਉਸ ਟਾਈਮ ਜਿਹੜਾ ਦਿੱਲੀ ਸਲਤਨਤ ਦਾ ਸੁਲਤਾਨ ਸੀਗਾ ਇਬਰਾਹਿਮ ਲੋਧੀ, ਇਬਰਾਹਿਮ ਲੋਧੀ ਨੇ ਕੀ ਕੀਤਾ ਸੀਗਾ, ਜਿਹੜਾ ਪੰਜਾਬ ਦਾ ਸੂਬੇਦਾਰ ਦੌਲਤ ਖਾਂ ਲੋਧੀ ਸੀ ਉਹਦੇ ਨਾਲ ਬੁਰਾ ਸਲੂਕ ਕੀਤਾ ਸੀ ਅਤੇ ਉਹਦੇ ਪੁੱਤਰ ਦਾ ਅਪਮਾਨ ਕੀਤਾ ਸੀਗਾ। ਠੀਕ ਹੈ। ਅਤੇ ਮੇਵਾੜ ਦਾ ਸ਼ਾਸਕ ਸੀਗਾ ਰਾਣਾ ਸਾਗਾ। ਇਸ ਕਰਕੇ ਦੌਲਤ ਖਾਂ ਲੋਧੀ ਜਿਹੜਾ ਪੰਜਾਬ ਦਾ ਸੂਬੇਦਾਰ ਸੀ ਅਤੇ ਜਿਹੜਾ ਮੇਵਾੜ ਦਾ ਸ਼ਾਸਕ ਸੀ ਰਾਣਾ ਸਾਗਾ, ਉਹਨਾਂ ਦੋਨਾਂ ਨੇ ਮਿਲ ਕੇ ਬਾਬਰ ਨੂੰ ਸੱਦਾ ਦਿੱਤਾ ਸੀ ਕਿ ਉਹ ਭਾਰਤ 'ਤੇ ਹਮਲਾ ਕਰੀਏ ਅਤੇ ਇਬਰਾਹਿਮ ਲੋਧੀ ਨੂੰ ਹਰਾ ਦੇ। ਠੀਕ ਹੈ। ਹੁਣ ਅਸੀਂ ਸੈਕਿੰਡ ਕੁਐਸਚਨ ਦੇਖਦੇ ਹਾਂ। ਬਾਬਰ ਦੀਆਂ ਜਿੱਤਾਂ ਬਾਰੇ ਤੁਸੀਂ ਕੀ ਜਾਣਦੇ ਹੋ? ਠੀਕ ਹੈ। ਇਹਦੇ ਵਿੱਚ ਅਸੀਂ ਬਾਬਰ ਦੀਆਂ ਜਿੱਤਾਂ ਦਾ ਵਰਣਨ ਕਰਾਂਗੇ। ਸਭ ਤੋਂ ਪਹਿਲੇ ਆਏਗਾ, ਬਾਬਰ ਦੀਆਂ ਮਹੱਤਵਪੂਰਨ ਜਿੱਤਾਂ ਇਹ ਹਨ। ਪਹਿਲੀ ਸੀਗੀ ਪਾਣੀਪਤ ਦੀ ਪਹਿਲੀ ਲੜਾਈ। 1526 ਈਸਵੀ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਹਰਾ ਕੇ ਦਿੱਲੀ ਅਤੇ ਆਗਰਾ 'ਤੇ ਕਬਜ਼ਾ ਕਰ ਲਿਆ। ਅਤੇ ਬੱਚਿਓ, ਜਦੋਂ ਬਾਬਰ ਨੂੰ ਸੱਦਾ ਮਿਲਿਆ ਅਤੇ ਪਹਿਲੀ ਲੜਾਈ ਹੋਈ ਸੀ ਪਾਣੀਪਤ ਦੀ। ਠੀਕ ਹੈ। ਬਾਬਰ ਨੇ 1526 ਈਸਵੀ ਦੇ ਵਿੱਚ ਇਬਰਾਹਿਮ ਲੋਧੀ ਜਿਹੜਾ ਉਸ ਟਾਈਮ ਦਿੱਲੀ ਦਾ ਸੁਲਤਾਨ ਸੀਗਾ, ਉਹਦੇ ਨਾਲ ਪਾਣੀਪਤ ਦੀ ਪਹਿਲੀ ਲੜਾਈ ਕੀਤੀ ਅਤੇ ਉਸ ਨੂੰ ਹਰਾ ਦਿੱਤਾ। ਇਬਰਾਹਿਮ ਲੋਧੀ ਨੂੰ ਹਰਾ ਦਿੱਤਾ ਅਤੇ ਬਾਬਰ ਨੇ ਖੁਦ ਦਿੱਲੀ ਅਤੇ ਆਗਰਾ 'ਤੇ ਆਪਣਾ ਕਬਜ਼ਾ ਕਰ ਲਿਆ। ਇਹ ਬਾਬਰ ਦੀ ਪਹਿਲੀ ਲੜਾਈ ਸੀ। ਦੂਸਰੀ ਲੜਾਈ ਆ ਜਾਏਗੀ ਕਨਵਾਹਾ ਦੀ ਲੜਾਈ। ਠੀਕ ਹੈ। ਬਾਬਰ ਦੁਆਰਾ ਦਿੱਲੀ ਅਤੇ ਆਗਰੇ 'ਤੇ ਕਬਜ਼ਾ ਕਰਨ 'ਤੇ ਰਾਣਾ ਸਾਗਾ ਬਾਬਰ ਦੇ ਨਾਲ ਨਾਰਾਜ਼ ਹੋ ਗਿਆ। ਉਸਨੇ ਬਾਬਰ ਦੇ ਵਿਰੁੱਧ ਇੱਕ ਵਿਸ਼ਾਲ ਸੈਨਾ ਭੇਜੀ। ਬਾਬਰ ਨੇ ਰਾਣਾ ਸਾਗਾ ਨੂੰ 1527 ਈਸਵੀ ਵਿੱਚ ਕਨਵਾਹਾ ਦੀ ਲੜਾਈ ਵਿੱਚ ਹਰਾ ਦਿੱਤਾ। ਇਸ ਤਰ੍ਹਾਂ ਬਾਬਰ ਨੇ ਉੱਤਰੀ ਭਾਰਤ 'ਤੇ ਅਧਿਕਾਰ ਕਰ ਲਿਆ। ਅਤੇ ਬੱਚਿਓ, ਜਦੋਂ ਪਹਿਲੀ ਲੜਾਈ ਹੋਈ ਸੀ ਪਾਣੀਪਤ ਦੀ, ਉਹ ਹੋਈ ਸੀ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ, ਜਿਹਦੇ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਕੇ ਅਤੇ ਜਿਹੜਾ ਬਾਬਰ ਸੀ ਉਹ ਦਿੱਲੀ ਅਤੇ ਆਗਰੇ 'ਤੇ ਕਬਜ਼ਾ ਕਰ ਲਿਆ ਸੀਗਾ। ਅਤੇ ਇਸੇ ਲੜਾਈ ਤੋਂ ਬਾਅਦ ਫਿਰ ਹੋਈ ਸੀਗੀ ਕਨਵਾਹਾ ਦੀ ਲੜਾਈ। ਇਹਦੇ ਵਿੱਚ ਕੀ ਸੀਗਾ ਕਿ ਜਦੋਂ ਬਾਬਰ ਨੇ ਦਿੱਲੀ ਅਤੇ ਆਗਰਾ 'ਤੇ ਕਬਜ਼ਾ ਕਰ ਲਿਆ ਅਤੇ ਜਿਹੜਾ ਮੇਵਾੜ ਦਾ ਸ਼ਾਸਕ ਸੀਗਾ ਰਾਣਾ ਸਾਗਾ, ਉਹ ਬਾਬਰ ਦੇ ਨਾਲ ਨਾਰਾਜ਼ ਹੋ ਗਿਆ, ਕਿਉਂਕਿ ਪਹਿਲੇ ਰਾਣਾ ਸਾਗਾ ਨੇ ਅਤੇ ਦੌਲਤ ਖਾਂ ਲੋਧੀ ਨੇ ਸੱਦਾ ਭੇਜਿਆ ਸੀ ਨਾ ਬਾਬਰ ਨੂੰ ਕਿ ਉਹ ਭਾਰਤ 'ਤੇ ਹਮਲਾ ਕਰੇ। ਲੇਕਿਨ ਜਦੋਂ ਬਾਬਰ ਨੇ ਦਿੱਲੀ ਉੱਤੇ ਆਪਣਾ ਅਧਿਕਾਰ ਕਰ ਲਿਆ ਅਤੇ ਰਾਣਾ ਸਾਗਾ ਬਾਬਰ ਦੇ ਨਾਲ ਨਾਰਾਜ਼ ਹੋ ਗਿਆ। ਅਤੇ ਰਾਣਾ ਸਾਗਾ ਨੇ ਕੀ ਕੀਤਾ, ਬਾਬਰ ਦੇ ਵਿਰੁੱਧ ਇੱਕ ਵਿਸ਼ਾਲ ਸੈਨਾ ਭੇਜੀ। ਠੀਕ ਹੈ। ਅਤੇ 1527 ਈਸਵੀ ਦੇ ਵਿੱਚ ਕਨਵਾਹਾ ਦੀ ਲੜਾਈ ਦੇ ਵਿੱਚ ਰਾਣਾ ਸਾਗਾ ਨੂੰ ਹਰਾ ਦਿੱਤਾ। ਇਸ ਤਰ੍ਹਾਂ ਜਿਹੜਾ ਬਾਬਰ ਸੀਗਾ ਉਹਨੇ ਉੱਤਰੀ ਭਾਰਤ 'ਤੇ ਵੀ ਅਧਿਕਾਰ ਕਰ ਲਿਆ। ਮਤਲਬ ਕਿ ਰਾਣਾ ਸਾਗਾ ਜਿਹੜਾ ਮੇਵਾੜ ਦਾ ਸ਼ਾਸਕ ਸੀਗਾ, ਉਹ ਵੀ ਲੜਾਈ ਦੇ ਵਿੱਚ ਹਾਰ ਗਿਆ। ਅਤੇ ਇਹ ਲੜਾਈ ਕਿੱਥੇ ਹੋਈ ਸੀਗੀ? ਕਨਵਾਹਾ ਦੇ ਵਿੱਚ। ਪਹਿਲੀ ਲੜਾਈ ਸੀਗੀ ਪਾਣੀਪਤ ਦੀ ਲੜਾਈ, ਦੂਸਰੀ ਸੀਗੀ ਕਨਵਾਹਾ ਦੀ ਲੜਾਈ। ਹੁਣ ਤੀਸਰੀ ਹੈ ਕਾਗਰਾ ਦੀ ਲੜਾਈ। ਉਸਨੇ ਕਾਗਰਾ ਦੀ ਲੜਾਈ ਵਿੱਚ ਅਫਗਾਨਾਂ ਨੂੰ ਵੀ ਬੁਰੀ ਤਰ੍ਹਾਂ ਹਰਾਇਆ। ਸਿੱਟੇ ਵਜੋਂ ਇਹਨਾਂ ਜਿੱਤਾਂ ਕਰਕੇ ਭਾਰਤ ਵਿੱਚ ਬਾਬਰ ਦੀ ਸਥਿਤੀ ਕਾਫੀ ਮਜ਼ਬੂਤ ਹੋ ਗਈ। ਅਤੇ ਤੀਸਰੀ ਲੜਾਈ ਕਿਹੜੀ ਸੀ? ਕਾਗਰਾ ਦੀ ਲੜਾਈ। ਇਹਦੇ ਵਿੱਚ ਉਹਨੇ ਅਫਗਾਨਾਂ ਨੂੰ ਹਰਾਇਆ ਅਤੇ ਜਿਹੜਾ ਭਾਰਤ ਸੀਗਾ ਉਹਦੇ ਵਿੱਚ ਉਹਦੀ ਸਥਿਤੀ ਕਾਫੀ ਮਜ਼ਬੂਤ ਹੋ ਗਈ। ਅਤੇ ਹੁਣ ਬਾਬਰ ਦੀਆਂ ਜਿਹੜੀਆਂ ਜਿੱਤਾਂ ਆਪਾਂ ਪੜ੍ਹੀਆਂ, ਕਿਹੜੀ ਕਿਹੜੀ ਲੜਾਈ ਸੀ? ਪਾਣੀਪਤ ਦੀ ਪਹਿਲੀ ਲੜਾਈ, ਜਿਹੜੀ ਕਿ ਇਬਰਾਹਿਮ ਲੋਧੀ ਅਤੇ ਬਾਬਰ ਦੇ ਵਿਚਕਾਰ ਹੋਈ ਸੀ। ਦੂਸਰੀ ਸੀਗੀ ਕਨਵਾਹਾ ਦੀ ਲੜਾਈ, ਜੋ ਕਿ ਮੇਵਾੜ ਦੇ ਸ਼ਾਸਕ ਰਾਣਾ ਸਾਗਾ
ਤੇ ਬਾਬਰ ਦੇ ਵਿਚਕਾਰ ਹੋਈ ਸੀ ਕਨਵਾਹਾ ਸਥਾਨ ਦੇ ਉੱਪਰ, ਠੀਕ ਹੈ, ਜਿਹਦੇ ਵਿੱਚ ਰਾਣਾ ਸਾਗਾ ਹਾਰ ਗਿਆ ਸੀਗਾ। ਤੀਸਰੀ ਲੜਾਈ ਹੋਈ ਸੀ ਕਾਗਰਾ ਦੀ ਲੜਾਈ, ਠੀਕ ਹੈ, ਜਿਹਦੇ ਵਿੱਚ ਕਿ ਅਫਗਾਨ ਬੁਰੀ ਤਰ੍ਹਾਂ ਹਾਰ ਗਏ ਸੀਗੇ। ਹੁਣ ਅਸੀਂ ਕਰਾਂਗੇ ਅੱਗੇ ਅਕਬਰ ਦੀਆਂ ਜਿੱਤਾਂ ਬਾਰੇ ਵਰਣਨ, ਠੀਕ ਹੈ। ਹੁਣੇ ਅਸੀਂ ਬਾਬਰ ਦੀਆਂ ਜਿੱਤਾਂ ਕੀਤੀਆਂ ਸੀਗੀਆਂ, ਹੁਣ ਅਸੀਂ ਅਕਬਰ ਦੀਆਂ ਜਿੱਤਾਂ ਦਾ ਵਰਣਨ ਕਰਾਂਗੇ। ਲਿਖਦੇ ਹਾਂ, ਅਕਬਰ ਦੀਆਂ ਜਿੱਤਾਂ ਦਾ ਵਰਣਨ ਇਸ ਤਰ੍ਹਾਂ ਹੈ। ਪਹਿਲਾ ਆਏਗਾ, ਅਕਬਰ ਨੇ ਆਪਣੇ ਸਾਮਰਾਜ ਦਾ ਵਿਸਤਾਰ ਕਰਨ ਲਈ ਗਵਾਲੀਅਰ, ਜੌਨਪੁਰ, ਅਜਮੇਰ ਅਤੇ ਮਾਲਵਾ 'ਤੇ ਜਿੱਤ ਪ੍ਰਾਪਤ ਕੀਤੀ। ਅਕਬਰ ਚਾਹੁੰਦਾ ਸੀਗਾ ਕਿ ਉਹਦਾ ਜਿਹੜਾ ਸਾਮਰਾਜ ਹੈ ਪੂਰੇ ਭਾਰਤ ਵਿੱਚ ਫੈਲੇ, ਇਸ ਕਰਕੇ ਉਹਨੇ ਕਿਹੜੀਆਂ ਜਗ੍ਹਾ 'ਤੇ ਜਿੱਤ ਪ੍ਰਾਪਤ ਕੀਤੀ ਸੀਗੀ? ਗਵਾਲੀਅਰ, ਜੌਨਪੁਰ, ਅਜਮੇਰ ਅਤੇ ਮਾਲਵਾ। ਉਸ ਤੋਂ ਬਾਅਦ ਆ ਜਾਏਗਾ, ਅਕਬਰ ਰਾਜਪੂਤਾਂ ਨਾਲ ਦੋਸਤਾਨਾ ਸੰਬੰਧ ਕਾਇਮ ਕਰਨਾ ਚਾਹੁੰਦਾ ਸੀ। ਉਸਨੇ ਰਾਜਪੂਤ ਪਰਿਵਾਰਾਂ ਦੀਆਂ ਰਾਜਕੁਮਾਰੀਆਂ ਨਾਲ ਆਪਣੇ ਵਿਆਹ ਕਰਵਾਏ। ਇਸ ਤਰ੍ਹਾਂ ਉਸਨੇ ਵਿਵਾਹਿਕ ਸੰਧੀਆਂ ਰਾਹੀਂ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਇਆ, ਠੀਕ ਹੈ। ਅਤੇ ਅਕਬਰ ਨੇ ਕੀ ਕੀਤਾ ਕਿ ਰਾਜਪੂਤਾਂ ਦੇ ਨਾਲ ਵਧੀਆ ਸੰਬੰਧ ਕਾਇਮ ਕੀਤੇ। ਉਹਨਾਂ ਦੀਆਂ ਜਿਹੜੀਆਂ ਰਾਜਕੁਮਾਰੀਆਂ ਸੀ, ਰਾਜਪੂਤਾਂ ਦੀਆਂ ਰਾਜਕੁਮਾਰੀਆਂ ਦੇ ਨਾਲ ਵਿਆਹ ਕੀਤੇ ਅਤੇ ਉਹਨਾਂ ਦੇ ਨਾਲ ਵਿਆਹਿਕ ਜਿਹੜੀਆਂ ਸੰਧੀਆਂ ਸੀਗੀਆਂ ਉਹ ਕਰਕੇ ਆਪਣੀ ਸਥਿਤੀ ਨੂੰ ਬਹੁਤ ਮਜ਼ਬੂਤ ਕਰ ਲਿਆ, ਠੀਕ ਹੈ। ਤੀਸਰਾ ਪੁਆਇੰਟ ਆਏਗਾ, ਉਸਨੇ ਆਪਣੇ ਸ਼ਾਸਕ ਪ੍ਰਬੰਧ ਵਿੱਚ ਰਾਜਪੂਤਾਂ ਨੂੰ ਉੱਚੇ ਅਹੁਦੇ ਦਿੱਤੇ। ਕੁਝ ਰਾਜਪੂਤ ਉਸਦੇ ਮਹੱਤਵਪੂਰਨ ਅਤੇ ਵਫਾਦਾਰ ਅਫਸਰ ਸਨ, ਜਿਵੇਂ ਕਿ ਰਾਜਾ ਮਾਨ ਸਿੰਘ, ਪਰੰਤੂ ਉਹ ਉਹਨਾਂ ਰਾਜਪੂਤਾਂ ਦੇ ਵਿਰੁੱਧ ਲੜਿਆ ਵੀ ਸੀ ਜਿਨ੍ਹਾਂ ਨੇ ਉਸਦਾ ਵਿਰੋਧ ਕੀਤਾ ਸੀ, ਜਿਵੇਂ ਕਿ ਮੇਵਾੜ ਦਾ ਰਾਣਾ ਪ੍ਰਤਾਪ ਸਿੰਘ, ਠੀਕ ਹੈ। ਪਹਿਲੇ ਤਾਂ ਅਸੀਂ ਕੀਤਾ ਕਿ ਉਹਨੇ ਰਾਜਪੂਤਾਂ ਨਾਲ ਵਧੀਆ ਸੰਬੰਧ ਸਥਾਪਿਤ ਕਰਨ ਲਈ ਉਹਨਾਂ ਦੀਆਂ ਰਾਜਕੁਮਾਰੀਆਂ ਨਾਲ ਵਿਆਹ ਕੀਤਾ। ਫਿਰ ਉਹਨੇ ਕੀ ਕੀਤਾ ਕਿ ਆਪਣੇ ਜਿਹੜਾ ਸ਼ਾਸਨ ਪ੍ਰਬੰਧ ਦੇ ਵਿੱਚ ਜਿਹੜੇ ਰਾਜਪੂਤ ਸੀ ਉਹਨਾਂ ਨੂੰ ਉੱਚੇ ਅਹੁਦੇ ਦਿੱਤੇ, ਠੀਕ ਹੈ ਨਾ। ਅਤੇ ਜਿਹੜੇ ਕੁਛ ਰਾਜਪੂਤ ਸੀ ਉਹਦੇ ਬੜੇ ਵਫਾਦਾਰ ਅਫਸਰ ਸੀ, ਜਿਵੇਂ ਕਿ ਰਾਜਾ ਮਾਨ ਸਿੰਘ, ਠੀਕ ਹੈ। ਅਤੇ ਕੁਛ ਰਾਜਪੂਤ ਇਸ ਤਰ੍ਹਾਂ ਦੇ ਵੀ ਸੀ ਜਿਨ੍ਹਾਂ ਦੇ ਨਾਲ ਅਕਬਰ ਨੇ ਲੜਾਈ ਕੀਤੀ ਸੀ, ਠੀਕ ਹੈ ਨਾ। ਉਹ ਕਿਹੜਾ ਸੀਗਾ? ਮੇਵਾੜ ਦਾ ਰਾਣਾ ਪ੍ਰਤਾਪ ਸਿੰਘ। ਨੈਕਸਟ ਹੈ, ਅਕਬਰ ਸਾਰੇ ਦੇਸ਼ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਗੁਜਰਾਤ ਅਤੇ ਬੰਗਾਲ ਨੂੰ ਵੀ ਜਿੱਤ ਲਿਆ। ਫਿਰ ਉਸਨੇ ਕਿਹਨੂੰ ਜਿੱਤਿਆ? ਗੁਜਰਾਤ ਅਤੇ ਬੰਗਾਲ ਨੂੰ। ਨੈਕਸਟ ਆਏਗਾ, 1595 ਈਸਵੀ ਵਿੱਚ ਉਸਨੇ ਕਸ਼ਮੀਰ, ਸਿੰਧ, ਉੜੀਸਾ, ਮੱਧ ਭਾਰਤ ਅਤੇ ਕੰਧਾਰ 'ਤੇ ਵੀ ਜਿੱਤ ਪ੍ਰਾਪਤ ਕਰ ਲਈ। ਉਸਨੇ ਉੱਤਰ ਪੱਛਮ ਵਿੱਚ ਕਸ਼ਮੀਰ, ਸਿੰਧ, ਕਾਬੁਲ ਅਤੇ ਕੰਧਾਰ ਨੂੰ ਆਪਣੇ ਸਾਮਰਾਜ ਵਿੱਚ ਮਿਲਾ ਲਿਆ। ਇਹਦੇ ਵਿੱਚ ਤੁਸੀਂ ਲਿਖੋਗੇ ਕਿ ਜਿਹੜਾ ਅਕਬਰ ਸੀਗਾ ਉਸਨੇ ਕਸ਼ਮੀਰ, ਸਿੰਧ, ਉੜੀਸਾ, ਕੰਧਾਰ ਨੂੰ ਵੀ ਜਿੱਤਿਆ, ਠੀਕ ਹੈ ਨਾ। ਅਤੇ ਇਹ ਜਿਹੜੇ ਸਾਰੇ ਸੀਗੇ ਉਹਨੇ ਆਪਣੇ ਸਾਮਰਾਜ ਦੇ ਵਿੱਚ ਸ਼ਾਮਿਲ ਕਰ ਲਏ ਸੀ। ਨੈਕਸਟ ਆਏਗਾ, ਮੁਗਲਾਂ ਨੇ ਬਰਾਰ, ਖਾਨਦੇਸ਼ ਅਤੇ ਅਹਿਮਦਨਗਰ ਰਾਜ ਦੇ ਹਿੱਸਿਆਂ ਉੱਤੇ ਸਮੁੱਚੇ ਰੂਪ ਵਿੱਚ ਅਧਿਕਾਰ ਕਰ ਲਿਆ ਸੀ। ਇਸ ਤਰ੍ਹਾਂ ਅਕਬਰ ਭਾਰਤ ਦੇ ਵੱਡੇ ਹਿੱਸੇ ਦਾ ਬਾਦਸ਼ਾਹ ਬਣ ਗਿਆ ਸੀ, ਠੀਕ ਹੈ। ਹੁਣ ਅਸੀਂ ਅਕਬਰ ਦੀਆਂ ਜਿੱਤਾਂ ਨੂੰ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ। ਸਭ ਤੋਂ ਪਹਿਲੇ ਕੀ ਹੈ, ਕਿਹੜੀਆਂ ਸੀ? ਪਹਿਲੇ ਪੁਆਇੰਟ ਦੇ ਵਿੱਚ ਕਿਹੜੀਆਂ ਜਿੱਤਾਂ ਦਾ ਬਾਰੇ ਲਿਖਣਾ ਵਾ? ਗਵਾਲੀਅਰ, ਜੌਨਪੁਰ, ਅਜਮੇਰ ਅਤੇ ਮਾਲਵਾ 'ਤੇ ਜਿੱਤ ਪ੍ਰਾਪਤ ਕੀਤੀ ਸੀ। ਫਿਰ ਅਸੀਂ ਰਾਜਪੂਤਾਂ ਦੇ ਬਾਰੇ ਵਿੱਚ ਦੱਸ ਦਾਂਗੇ ਦੂਸਰੇ ਪੁਆਇੰਟ ਦੇ ਵਿੱਚ ਕਿ ਉਸਨੇ ਰਾਜਪੂਤਾਂ ਦੇ ਨਾਲ ਦੋਸਤਾਨਾ ਸੰਬੰਧ ਕਾਇਮ ਕੀਤੇ ਅਤੇ ਰਾਜਪੂਤਾਂ ਦੀਆਂ ਰਾਜਕੁਮਾਰੀਆਂ ਦੇ ਨਾਲ ਵਿਆਹ ਕੀਤੇ। ਫਿਰ ਤੀਸਰੇ ਪੁਆਇੰਟ ਦੇ ਵਿੱਚ ਅਸੀਂ ਦੱਸ ਦਾਂਗੇ ਕਿ ਉਹਨੇ ਆਪਣੇ ਰਾਜ ਪ੍ਰਬੰਧ ਵਿੱਚ ਜਾਂ ਸ਼ਾਸਨ ਪ੍ਰਬੰਧ ਵਿੱਚ ਰਾਜਪੂਤਾਂ ਨੂੰ ਉੱਚੇ ਸਥਾਨ ਦਿੱਤੇ ਸੀ, ਜਿਵੇਂ ਰਾਜਾ ਮਾਨ ਸਿੰਘ। ਉਸ ਤੋਂ ਬਾਅਦ ਅਸੀਂ ਦੱਸਾਂਗੇ ਅਗਲੇ ਪੁਆਇੰਟ ਦੇ ਵਿੱਚ ਉਸਨੇ ਗੁਜਰਾਤ ਅਤੇ ਬੰਗਾਲ 'ਤੇ ਵੀ ਜਿੱਤ ਪ੍ਰਾਪਤ ਕੀਤੀ, ਠੀਕ ਹੈ। ਉਸ ਤੋਂ ਬਾਅਦ ਅਸੀਂ ਦੱਸਾਂਗੇ ਕਸ਼ਮੀਰ ਵਾਲੀ ਸਾਈਡ 'ਤੇ ਆ ਜਾਵਾਂਗੇ। ਕਸ਼ਮੀਰ, ਕੱਕੇ 'ਤੇ ਕਸ਼ਮੀਰ, ਕੱਕੇ 'ਤੇ ਕਾਬੁਲ, ਕੱਕੇ 'ਤੇ ਕੰਧਾਰ, ਸਿੰਧ, ਇਹ ਜਿਹੜੀਆਂ ਜਗ੍ਹਾ ਸੀਗੀਆਂ ਇਹਨਾਂ ਉੱਪਰ ਵੀ ਆਪਣਾ ਅਧਿਕਾਰ ਜਮਾਇਆ ਅਤੇ ਇਹਨਾਂ ਨੂੰ ਜਿੱਤ ਲਿਆ, ਠੀਕ ਹੈ। ਅਤੇ ਇਸ ਤਰ੍ਹਾਂ ਜਿਹੜਾ ਅਕਬਰ ਸੀਗਾ ਉਹ ਭਾਰਤ ਦਾ ਬਹੁਤ ਵੱਡੇ ਹਿੱਸੇ ਦਾ ਬਾਦਸ਼ਾਹ ਬਣ ਗਿਆ ਸੀਗਾ। ਨੈਕਸਟ ਹੈ, ਮੁਗਲਾਂ ਦੀ ਭੂਮੀ ਲਗਾਨ ਪ੍ਰਣਾਲੀ ਤੋਂ ਕੀ ਭਾਵ ਹੈ, ਠੀਕ ਹੈ। ਜਿਸ ਤਰ੍ਹਾਂ ਟੈਕਸ ਹੈ ਜਿਹਨੂੰ ਲਗਾਨ ਕਹਿੰਦੇ ਆ, ਜਿਸ ਤਰ੍ਹਾਂ ਜ਼ਮੀਨ ਦੇ ਉੱਪਰ ਟੈਕਸ ਹੁੰਦਾ ਨਾ, ਭੂਮੀ ਦੇ ਉੱਪਰ ਜਿਹੜਾ ਟੈਕਸ ਸੀ ਉਹਦੀ ਪ੍ਰਣਾਲੀ ਦੇ ਬਾਰੇ ਅਸੀਂ ਦੱਸਾਂਗੇ। ਇਹਦੇ ਵਿੱਚ ਲਿਖਦੇ ਹਾਂ, ਭੂਮੀ ਕਰ ਮੁਗਲ ਸਾਮਰਾਜ ਦੀ ਆਮਦਨ ਦਾ ਮੁੱਖ ਸਰੋਤ ਸੀ। ਅਕਬਰ ਨੇ ਲਗਾਨ ਮੰਤਰੀ ਰਾਜਾ ਟੋਡਰ ਮੱਲ ਦੀ ਸਹਾਇਤਾ ਨਾਲ ਲਗਾਨ ਵਿਭਾਗ ਵਿੱਚ ਬਹੁਤ ਸੁਧਾਰ ਕੀਤੇ।
ਠੀਕ ਹੈ। ਉਹਦਾ ਕੌਣ ਸੀਗਾ ਲਗਾਨ ਮੰਤਰੀ? ਰਾਜਾ ਟੋਡਰਮਲ, ਜਿਹਦੇ ਨਾਲ ਅਕਬਰ ਨੇ ਮਿਲ ਕੇ ਜਿਹੜਾ ਲਗਾਨ ਵਿਭਾਗ ਸੀਗਾ, ਮੀਨਸ ਕਿ ਜਿਹੜਾ ਕਰ ਵਿਭਾਗ ਸੀਗਾ ਉਹਦੇ ਵਿੱਚ ਬਹੁਤ ਸੁਧਾਰ ਕੀਤੇ। ਜਿਵੇਂ ਕਿ ਸਭ ਤੋਂ ਪਹਿਲੇ ਅਸੀਂ ਕਰਾਂਗੇ ਭੂਮੀ ਦੀ ਮਿਣਤੀ। ਹੁਣ ਦੇਖਦੇ ਹਾਂ ਕਿ ਭੂਮੀ ਦੀ ਮਿਣਤੀ ਕਿਸ ਤਰ੍ਹਾਂ ਹੁੰਦੀ ਹੈ, ਮੀਨਸ ਕਿ ਭੂਮੀ ਨੂੰ ਕਿਸ ਤਰ੍ਹਾਂ, ਧਰਤੀ ਨੂੰ ਕਿਸ ਤਰ੍ਹਾਂ ਮਿਣਦੇ ਸੀ ਉਹ? ਭੂਮੀ ਦੀ ਬਿਘਿਆਂ ਵਿੱਚ ਮਿਣਤੀ ਕੀਤੀ ਗਈ, ਠੀਕ ਹੈ। ਜਿਸ ਤਰ੍ਹਾਂ ਕਿੱਲੇ ਹੁੰਦੇ ਆ, ਹੈ ਨਾ, ਕਨਾਲ ਹੁੰਦੇ ਆ, ਉਸੇ ਤਰ੍ਹਾਂ ਬਿਘੇ ਹੁੰਦੇ ਆ, ਠੀਕ ਹੈ। ਲੇਕਿਨ ਭੂਮੀ ਦੀ ਮਿਣਤੀ ਕਿਹਦੇ ਨਾਲ ਕੀਤੀ ਜਾਂਦੀ ਸੀ? ਬਿਘਿਆਂ ਦੇ ਨਾਲ। ਨੈਕਸਟ ਆਏਗਾ ਭੂਮੀ ਦੀ ਦਰਜਾਬੰਦੀ, ਮਤਲਬ ਅਕਬਰ ਨੇ ਸਾਰੀ ਭੂਮੀ ਨੂੰ ਹੇਠ ਲਿਖੇ 4 ਭਾਗਾਂ ਵਿੱਚ ਵੰਡਿਆ ਹੋਇਆ ਸੀ। ਉਹਨੇ ਕਿਸ ਤਰ੍ਹਾਂ ਵੰਡਿਆ ਹੋਇਆ ਸੀਗਾ? ਭੂਮੀ ਦੀ ਉਪਜਾਊ ਮਿੱਟੀ ਨੂੰ ਦੇਖ ਕੇ ਉਸਨੇ ਭੂਮੀ ਨੂੰ 4 ਭਾਗਾਂ ਦੇ ਵਿੱਚ ਵੰਡ ਦਿੱਤਾ ਸੀ। ਸਭ ਤੋਂ ਪਹਿਲੇ ਆਏਗਾ ਪੋਲਸ ਭੂਮੀ, ਠੀਕ ਹੈ। ਇਹ ਬਹੁਤ ਉਪਜਾਊ ਭੂਮੀ ਸੀ। ਇਸ ਵਿੱਚ ਕਿਸੇ ਵੀ ਸਮੇਂ ਕੋਈ ਵੀ ਫਸਲ ਬੀਜੀ ਜਾ ਸਕਦੀ ਸੀ। ਜਿਹੜੀ ਪੋਲਸ ਭੂਮੀ ਸੀਗੀ ਉਹ ਕੀ ਸੀਗੀ? ਬੜੀ ਉਪਜਾਊ ਭੂਮੀ ਸੀਗੀ, ਅਤੇ ਇਸ ਭੂਮੀ ਦੇ ਵਿੱਚ, ਮਤਲਬ ਕਿ ਇਸ ਧਰਤੀ ਦੇ ਵਿੱਚ ਕੋਈ ਵੀ ਫਸਲ ਬੀਜ ਸਕਦੇ ਸੀ। ਦੂਸਰੀ ਆ ਜਾਏਗੀ ਪ੍ਰੋਤੀ ਭੂਮੀ, ਠੀਕ ਹੈ। ਕਹਿੰਦੇ ਆ ਇਸ ਭੂਮੀ ਵਿੱਚ 1 ਜਾਂ 2 ਸਾਲਾਂ ਵਿੱਚ ਫਸਲ ਬੀਜੀ ਜਾਂਦੀ ਸੀ, ਠੀਕ ਹੈ। ਜਿਹੜੀ ਪ੍ਰੋਤੀ ਭੂਮੀ ਹੈ ਉਹਦੇ ਵਿੱਚ ਕੀ ਸੀਗਾ? 1 ਜਾਂ 2 ਸਾਲਾਂ ਬਾਅਦ ਹੀ ਫਸਲ ਬੀਜੀ ਜਾਂਦੀ ਸੀ। ਮਤਲਬ ਜਿਸ ਤਰ੍ਹਾਂ ਪੋਲਸ ਦੇ ਵਿੱਚ ਤਾਂ ਕਿਸੇ ਵੀ ਤਰ੍ਹਾਂ ਦੀ ਫਸਲ ਬੀਜੀ ਜਾਂਦੀ ਸੀ, ਲੇਕਿਨ ਪ੍ਰੋਤੀ ਦੇ ਵਿੱਚ 1 ਜਾਂ 2 ਸਾਲਾਂ ਦੇ ਬਾਅਦ ਵਿੱਚ। ਨੈਕਸਟ ਆਏਗਾ ਸ਼ਸ਼ਰ ਭੂਮੀ। ਕਹਿੰਦੇ ਆ ਇਸ ਭੂਮੀ ਵਿੱਚ 3 ਜਾਂ 4 ਸਾਲਾਂ ਬਾਅਦ ਫਸਲ ਬੀਜੀ ਜਾਂਦੀ ਸੀ, ਠੀਕ ਹੈ। ਜਿਸ ਤਰ੍ਹਾਂ ਪਹਿਲੇ 2 ਸਾਲਾਂ ਬਾਅਦ, ਇਹਦੇ ਵਿੱਚ ਆ ਜਾਏਗਾ 3 ਜਾਂ 4 ਸਾਲਾਂ ਬਾਅਦ। ਮੀਨਸ ਕਿ ਇਹਨਾਂ ਦੀ ਉਪਜਾਊ ਜਿਹੜੀ ਸੀਗੀ ਸ਼ਕਤੀ ਸੀ ਉਹ ਘੱਟ ਸੀਗੀ, ਇਸ ਕਰਕੇ 4 ਸਾਲਾਂ ਬਾਅਦ ਇਹਦੇ ਵਿੱਚ ਦੁਬਾਰਾ ਫਸਲ ਬੀਜੀ ਜਾਂਦੀ ਸੀ। ਨੈਕਸਟ ਆਏਗਾ ਬੰਜਰ ਭੂਮੀ। ਇਸ ਭੂਮੀ ਵਿੱਚ 5 ਜਾਂ 6 ਸਾਲਾਂ ਬਾਅਦ ਫਸਲ ਬੀਜੀ ਜਾਂਦੀ ਸੀ, ਠੀਕ ਹੈ। ਜਿਹੜੀ ਬੰਜਰ ਭੂਮੀ ਸੀ ਉਹਦੇ ਵਿੱਚ ਕਦੋਂ ਫਸਲ ਬੀਜੀ ਜਾਂਦੀ ਸੀ? 5 ਜਾਂ 6 ਸਾਲਾਂ ਦੇ ਵਿੱਚ। ਹੁਣ ਅਸੀਂ ਕੀਤੀ ਹੈ ਭੂਮੀ ਦੀ ਦਰਜਾਬੰਦੀ, ਜਿਹਦੇ ਵਿੱਚ ਅਸੀਂ ਭੂਮੀ ਨੂੰ 4 ਭਾਗਾਂ ਵਿੱਚ ਵੰਡਿਆ ਹੈ। ਸਭ ਤੋਂ ਪਹਿਲੇ ਪੋਲਸ ਭੂਮੀ, ਪ੍ਰੋਤੀ ਭੂਮੀ, ਸ਼ਸ਼ਰ ਭੂਮੀ ਤੇ ਬੰਜਰ ਭੂਮੀ, ਠੀਕ ਹੈ। ਨੈਕਸਟ ਦੇਖਦੇ ਹਾਂ ਭੂਮੀ ਕਰ, ਮਤਲਬ ਕਿ ਮੀਨਸ ਕਿ ਭੂਮੀ ਦੇ ਉੱਪਰ ਟੈਕਸ ਕਿਸ ਤਰ੍ਹਾਂ ਲੱਗਿਆ ਸੀ, ਦੇਖਦੇ ਹਾਂ। ਪੋਲਸ ਅਤੇ ਪ੍ਰੋਤੀ ਭੂਮੀ ਕਿਸਮ ਦੀ ਭੂਮੀ ਤੋਂ ਸਰਕਾਰ ਉਪਜ ਦਾ 1/3 ਹਿੱਸਾ ਲਗਾਨ ਦੇ ਰੂਪ ਵਿੱਚ ਲੈਂਦੀ ਸੀ, ਠੀਕ ਹੈ। ਜਿਹੜੀਆਂ ਵਧੀਆ ਕਿਸਮ ਦੀਆਂ ਭੂਮੀਆਂ ਸੀ, ਕਿਹੜੀ ਸੀਗੀ ਉਹ? ਪੋਲਸ ਤੇ ਪ੍ਰੋਤੀ, ਠੀਕ ਹੈ। ਉਹਦੇ ਵਿੱਚ ਸਰਕਾਰ ਕੀ ਕਰਦੀ ਸੀਗੀ? ਫਸਲ ਜਿਹੜੀ ਵੀ ਹੁੰਦੀ ਸੀਗੀ ਉਹਦਾ 1/3 ਹਿੱਸਾ, ਮਤਲਬ ਕਿ ਉਹ ਲਗਾਨ ਦੇ ਰੂਪ ਵਿੱਚ ਲੈ ਲੈਂਦੀ ਸੀ। ਅਤੇ ਸ਼ਸ਼ਰ ਅਤੇ ਬੰਜਰ ਭੂਮੀ ਤੋਂ ਬਹੁਤ ਘੱਟ ਹਿੱਸਾ ਲਗਾਨ ਦੇ ਰੂਪ ਵਿੱਚ ਲਿਆ ਜਾਂਦਾ ਸੀ, ਠੀਕ ਹੈ। ਜਿਹੜੀ ਸ਼ਸ਼ਰ ਅਤੇ ਬੰਜਰ ਭੂਮੀ ਹੈ, ਇਹ ਕੋਈ ਵਧੀਆ ਮਿੱਟੀ ਨਹੀਂ ਸੀ, ਇਹਨਾਂ ਦੀ ਵਧੀਆ ਜ਼ਮੀਨ ਨਹੀਂ ਸੀਗੀ, ਇਸ ਕਰਕੇ ਬਹੁਤ ਹੀ ਜ਼ਿਆਦਾ ਘੱਟ ਲਗਾਨ ਇਸ ਭੂਮੀ ਤੋਂ ਲਿਆ ਜਾਂਦਾ ਸੀ। ਹੁਣ ਕਰਦੇ ਹਾਂ, ਠੀਕ ਹੈ, ਕਨਕੂਤ ਪ੍ਰਣਾਲੀ। ਇਹਦੇ ਵਿੱਚ ਦੇਖਦੇ ਹਾਂ ਕੀ ਹੈ। ਕਨਕੂਤ ਪ੍ਰਣਾਲੀ ਅਨੁਸਾਰ ਸਰਕਾਰ ਸਾਰੀ ਖੜੀ ਫਸਲ ਦਾ ਅੰਦਾਜ਼ਾ ਲਗਾ ਕੇ ਲਗਾਨ ਨਿਯਤ ਕਰ ਦਿੰਦੀ ਸੀ। ਇਹਦੇ ਵਿੱਚ ਕੀ ਕਰਦੀ ਸੀ ਕਿ ਜਿਸ ਤਰ੍ਹਾਂ ਖੜੀ ਫਸਲ ਹੈ ਨਾ, ਜਿਸ ਤਰ੍ਹਾਂ ਕਣਕ ਦੀ ਫਸਲ ਖੜੀ ਆ, ਅਤੇ ਸਰਕਾਰ ਅੰਦਾਜ਼ਾ ਲਗਾ ਲੈਂਦੀ ਸੀ ਕਿ ਇਹਦੇ ਤੋਂ ਇੰਨਾ ਪ੍ਰੋਫਿਟ ਹੋ ਸਕਦਾ, ਮਤਲਬ ਕਿ ਇਹਦੇ ਤੋਂ ਇੰਨੇ ਪੈਸੇ ਕਮਾਏ ਜਾ ਸਕਦੇ ਆ, ਅਤੇ ਉਸੇ ਹਿਸਾਬ ਦੇ ਨਾਲ ਉਹ ਲਗਾਨ ਨਿਸ਼ਚਿਤ ਕਰ ਦਿੰਦੀ ਸੀ, ਠੀਕ ਹੈ। ਨੈਕਸਟ ਆਏਗਾ ਬਟਾਈ ਪ੍ਰਣਾਲੀ। ਇਹਦੇ ਵਿੱਚ ਹੈ ਇਸ ਪ੍ਰਣਾਲੀ ਅਨੁਸਾਰ ਜਦੋਂ ਫਸਲ ਕੱਟ ਲਈ ਜਾਂਦੀ ਸੀ ਤਾਂ ਉਸ ਨੂੰ 3 ਹਿੱਸਿਆਂ ਵਿੱਚ ਵੰਡ ਦਿੱਤਾ ਜਾਂਦਾ ਸੀ। ਇੱਕ ਹਿੱਸਾ ਸਰਕਾਰ ਲਗਾਨ ਦੇ ਰੂਪ ਵਿੱਚ ਲੈ ਲੈਂਦੀ ਸੀ ਅਤੇ ਬਾਕੀ 2 ਹਿੱਸੇ ਕਿਸਾਨ ਕੋਲ ਰਹਿ ਜਾਂਦੇ ਸੀ, ਠੀਕ ਹੈ। ਬਟਾਈ ਪ੍ਰਣਾਲੀ 'ਚ ਕੀ ਹੁੰਦਾ ਹੈ ਕਿ ਫਸਲ ਕੱਟ ਦਿੰਦੇ ਸੀਗੇ, ਅਤੇ ਜਿਹੜੀ ਫਸਲ ਨੂੰ ਕੱਟੀ ਫਸਲ ਨੂੰ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਸੀਗਾ, ਠੀਕ ਹੈ। ਇੱਕ ਹਿੱਸਾ ਜਿਹੜਾ ਸਰਕਾਰ ਲੈ ਲੈਂਦੀ ਸੀ ਅਤੇ 2 ਹਿੱਸੇ ਕਿਸਾਨ ਦੇ ਕੋਲ ਰਹਿ ਜਾਂਦੇ ਸੀ। ਨੈਕਸਟ ਆ ਜਾਏਗਾ ਨਾਸਕ ਪ੍ਰਣਾਲੀ। ਇਸ ਪ੍ਰਣਾਲੀ ਅਨੁਸਾਰ ਸਾਰੇ ਪਿੰਡ ਦੀ ਫਸਲ ਦਾ ਇਕੱਠਾ ਅੰਦਾਜ਼ਾ ਲਗਾ ਕੇ ਲਗਾਨ ਨਿਯਤ ਕਰ ਦਿੱਤਾ ਜਾਂਦਾ ਸੀ। ਮੁਗਲ ਸਰਕਾਰ ਨੇ ਵੱਧ ਤੋਂ ਵੱਧ ਧਰਤੀ ਨੂੰ ਖੇਤੀਯੋਗ ਬਣਾਉਣ ਲਈ ਕਿਸਾਨਾਂ ਨੂੰ ਕਰਜ਼ੇ ਦਿੱਤੇ। ਕਾਲ ਪੈ ਜਾਣ ਜਾਂ ਘੱਟ ਉਪਜ ਹੋਣ ਦੀ ਸੂਰਤ ਵਿੱਚ ਲਗਾਨ ਮਾਫ ਕਰ ਦਿੱਤਾ ਜਾਂਦਾ ਸੀ, ਠੀਕ ਹੈ। ਇਸ ਪ੍ਰਣਾਲੀ ਦੇ ਵਿੱਚ ਕੀ ਹੋਇਆ? ਨਾਸਕ ਪ੍ਰਣਾਲੀ ਦੇ ਵਿੱਚ ਕੀ ਸੀਗਾ ਕਿ ਸਾਰੇ ਪਿੰਡ ਦੀ ਫਸਲ ਦਾ ਅੰਦਾਜ਼ਾ ਲਗਾ ਕੇ ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਲਗਾਨ ਸੀਗਾ ਉਹ ਵਸੂਲਿਆ ਜਾਂਦਾ ਸੀਗਾ, ਠੀਕ ਹੈ। ਕਿਹੜੀਆਂ ਪ੍ਰਣਾਲੀਆਂ ਸੀ? ਕਨਕੂਤ, ਬਟਾਈ ਤੇ ਨਾਸਕ। ਕਨਕੂਤ ਦੇ ਵਿੱਚ ਕੀ ਸੀਗਾ? ਖੜੀ ਫਸਲ ਦਾ ਅੰਦਾਜ਼ਾ ਲਾਇਆ ਜਾਂਦਾ ਸੀਗਾ। ਬਟਾਈ ਦੇ ਵਿੱਚ ਕੀ ਸੀਗਾ? ਕੱਟੀ ਹੋਈ ਫਸਲ ਨੂੰ 3 ਹਿੱਸਿਆਂ 'ਚ ਵੰਡਿਆ ਜਾਂਦਾ ਸੀ। ਇੱਕ ਹਿੱਸਾ ਜਿਹੜਾ ਹੀ ਸਰਕਾਰ ਲੈ ਲੈਂਦੀ ਸੀ, 2 ਹਿੱਸੇ ਕਿਸਾਨ ਕੋਲ ਰਹਿੰਦੇ ਸੀ। ਅਤੇ ਨਾਸਕ ਪ੍ਰਣਾਲੀ 'ਚ ਕੀ ਹੈਗਾ? ਸਾਰੇ ਪਿੰਡ ਦੀ ਫਸਲ ਦਾ ਇਕੱਠਾ ਹੀ ਅੰਦਾਜ਼ਾ ਲਗਾਇਆ ਜਾਂਦਾ ਸੀਗਾ, ਠੀਕ ਹੈ। ਹੁਣ ਅਸੀਂ ਕਰਾਂਗੇ ਖਾਲੀ ਥਾਵਾਂ ਨੂੰ ਭਰੋ। ਸਭ ਤੋਂ ਪਹਿਲੇ ਤੁਝਕੇ ਬਾਬਰੀ ਡੈਸ਼ ਦੀ ਆਤਮ ਜੀਵਨੀ ਹੈ। ਤੁਝਕੇ ਬਾਬਰੀ ਸੀਗੀ ਬਾਬਰ ਦੀ, ਠੀਕ ਹੈ। ਇਹਦੇ ਵਿੱਚ ਆਏਗਾ ਬਾਬਰ।
ਦੂਸਰਾ, ਕਨਵਾਹ ਦੀ ਲੜਾਈ ਬਾਬਰ ਅਤੇ ਡੈਸ਼ ਵਿਚਕਾਰ ਲੜੀ ਗਈ ਸੀ। ਅਸੀਂ ਪੜ੍ਹਿਆ ਨਾ ਕਨਵਾਹ ਦੀ ਲੜਾਈ ਕਿਹਦੇ ਵਿੱਚ ਹੋਈ ਸੀ? ਇਹ ਹੋਈ ਸੀ ਬਾਬਰ ਅਤੇ ਰਾਣਾ ਸਾਗਾ ਦੇ ਵਿਚਕਾਰ। ਕਿਹੜੀ ਲੜਾਈ? ਕਨਵਾਹ ਦੀ ਲੜਾਈ। ਤੀਸਰਾ, ਅਕਬਰ ਨੇ ਹੇਮੂ ਨੂੰ ਡੈਸ਼ ਵਿੱਚ ਹਰਾਇਆ ਸੀ। ਕਿੱਥੇ ਹਰਾਇਆ ਸੀ? ਪਾਣੀਪਤ ਵਿੱਚ। ਨੈਕਸਟ ਆ ਜਾਏਗਾ, ਬਾਬਰ ਨੇ ਡੈਸ਼ ਲਿਖਿਆ। ਤੇ ਬੱਚਿਓ ਬਾਬਰ ਨੇ ਲਿਖਿਆ ਸੀ ਬਾਬਰਨਾਮਾ। ਬੱਬੇ ਤੋਂ ਬਾਬਰ ਤੇ ਬੱਬੇ ਤੇ ਬਾਬਰਨਾਮਾ। ਨੈਕਸਟ ਆਏਗਾ, ਅਬੁਲ ਫਜ਼ਲ ਨੇ ਡੈਸ਼ ਲਿਖਿਆ। ਅਬੁਲ ਫਜ਼ਲ ਨੇ ਲਿਖਿਆ ਸੀ ਅਕਬਰਨਾਮਾ। ਠੀਕ ਹੈ। ਹੁਣ ਨੀਚੇ ਆ, ਹੇਠ ਲਿਖੇ ਵਾਕਾਂ ਦੇ ਸਹੀ ਜਾਂ ਗਲਤ ਦਾ ਚਿੰਨ੍ਹ ਲਗਾਓ। ਸਭ ਤੋਂ ਪਹਿਲੇ ਆਏਗਾ, ਮੁਗਲ ਭਾਰਤ ਵਿੱਚ 1525 ਈਸਵੀ ਵਿੱਚ ਆਏ। ਇਹ ਗਲਤ ਹੈ ਕਿਉਂਕਿ ਮੁਗਲ ਆਏ ਸੀ 1526 ਈਸਵੀ ਦੇ ਵਿੱਚ, ਜਦੋਂ ਦੌਲਤ ਖਾਨ ਲੋਧੀ ਅਤੇ ਰਾਣਾ ਸਾਗਾ ਨੇ ਬਾਬਰ ਨੂੰ ਸੱਦਾ ਦਿੱਤਾ ਸੀ। ਨੈਕਸਟ ਆਏਗਾ, ਦੌਲਤ ਖਾਨ ਲੋਧੀ ਅਤੇ ਰਾਣਾ ਸਾਗਾ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਸੱਦਾ ਭੇਜਿਆ। ਇਹ ਬਿਲਕੁਲ ਠੀਕ ਹੈ। ਤੀਸਰਾ, ਸ਼ੇਰਸ਼ਾਹ ਸੂਰੀ ਮੁਗਲ ਸ਼ਾਸਕ ਸੀ। ਇਹ ਵੀ ਗਲਤ ਹੈ ਕਿਉਂਕਿ ਸ਼ੇਰਸ਼ਾਹ ਸੂਰੀ ਮੁਗਲ ਸ਼ਾਸਕ ਨਹੀਂ ਸੀ। ਨੈਕਸਟ ਹੈ, ਔਰੰਗਜ਼ੇਬ ਦੇ ਰਾਜਕਾਲ ਸਮੇਂ ਰਾਜਪੂਤਾਂ ਨਾਲ ਬਹੁਤ ਚੰਗਾ ਸਲੂਕ ਕੀਤਾ ਜਾਂਦਾ ਸੀ। ਇਹ ਵੀ ਗਲਤ ਹੈ। ਨੈਕਸਟ ਹੈਗਾ, ਔਰੰਗਜ਼ੇਬ ਦੀ ਦੱਖਣ ਨੀਤੀ ਨੇ ਮੁਗਲ ਸਾਮਰਾਜ ਨੂੰ ਮਜ਼ਬੂਤ ਬਣਾਇਆ। ਇਹ ਵੀ ਗਲਤ ਹੈ। ਤੇ ਬੱਚਿਓ, ਇਹ ਸੀ ਸਾਡਾ ਪਾਠ ਮੁਗਲ ਸਾਮਰਾਜ। ਮੈਂ ਆਪਣੇ ਵੱਲੋਂ ਬੜੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਵਧੀਆ ਸਮਝ ਆਏ, ਅਤੇ ਮੈਂ ਆਸ ਵੀ ਕਰਦੀ ਹਾਂ ਕਿ ਤੁਹਾਨੂੰ ਇਹ ਪਾਠ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਗਿਆ ਹੋਵੇਗਾ। ਅਗਰ ਵੀਡੀਓ ਵਧੀਆ ਲੱਗੀ ਹੋਏ, ਹੋਰ ਵੀਡੀਓਜ਼ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਇਸ ਵੀਡੀਓ ਨੂੰ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰੋ। ਮਿਲਦੇ ਹਾਂ ਨੈਕਸਟ ਵੀਡੀਓ 'ਚ।